ਸੋਇਆ। ਜੋ ਤਨ ਉਪਜਿਆ ਸੰਗੀ ਸੋ ਭੀ ਸੰਗ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਨ ਸਿਉ ਕੀਨਾ। ਜਿਉ ਛੁਟਿਓ ਜਬ ਦੇ ਤੇ ਡਾਰ ਅਗਨ ਮੇਦੀ। ਹਾਕਾਂ ਮਾਰਦੇ ਨੇ, ਕਹਿੰਦੇ ਕਰੀਏ ਕੀ ਜਾਗ ਨਹੀਂ ਆ ਰਹੀ। ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦੇਂਦੇ ਆ ਨਿਤ। ਜੋ ਸ਼ੈਤਾਨ ਬਜਾਇਆ ਸੇ ਕਿਤ ਫੇਰੇ ਕਿਤ। ਐਸੀ ਨੀਂਦ ਚੜ੍ਹ ਗਈ ਹੈ ਇਸ ਨੂੰ, ਜਾਗ ਨਹੀਂ ਆਉਂਦੀ। ਹਾਕਾਂ ਮਾਰ ਮਾਰ ਕੇ 4 ਵੇਦ ਥੱਕ ਗਏ। 6 ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਜ਼ਾਰਾਂ ਮਹਾਤਮਾ ਹਾਕਾਂ ਮਾਰਦੇ ਨੇ ਇਸ ਚੀਜ਼ ਨੂੰ। ਮਜਾ ਲੈ ਪਾਸਾ ਪਲਟ ਲੈ। ਇੰਨੀ ਗਾੜੀ ਨੀਂਦ ਚੜ੍ਹ ਗਈ ਇਹਨੂੰ, ਨਹੀਂ ਜਾਗ ਆਉਂਦੀ। ਇੱਕ ਤਾਂ ਸੁੱਤਾ ਪਿਆ ਸੌਂਦਾ ਉਹਨੂੰ ਤਾਂ ਜਗਾ ਦਾਂਗੇ, ਜਿਹੜਾ ਜਾਗਦਾ ਸੌਂ ਗਿਆ ਉਹਨੂੰ ਕੌਣ ਜਗਾਉਣ ਵਾਲਾ? ਜਾਗਦਾ ਹੀ ਨਹੀਂ ਹੈ। ਉਹ ਤਾਂ ਸੁਪਨਾ ਐਸਾ ਖਿੱਚ ਵਾਲਾ ਹੈ, ਨਹੀਂ ਜਾਗਦਾ। ਇਹ ਤਾਂ ਮਹਾਰਾਜ ਕਹਿੰਦੇ ਤਾਂ ਜਾਗਦਾ ਪਿਆਰਿਓ ਜੇ ਮੱਥੇ 'ਚ ਭਾਗ ਹੋ ਜਾ। ਜੇ ਭਾਗ ਜਾਗ ਪੈਣ ਫਿਰ ਮਿਲਦੇ ਨੇ ਉਹ ਪੁਰਸ਼ ਜਿਹੜੇ ਜਗਾ ਦਿੰਦੇ ਨੇ। ਸਾਧੂ ਮਿਲ ਜਾਂਦੇ ਨੇ ਸੁੱਤੇ ਜਾਂ ਭਾਗ ਜਾਗਦੇ। ਸਾਧੂ ਮਿਲ ਜਾਂਦੇ ਨੇ ਸੁੱਤੇ ਜਾਂ ਭਾਗ ਜਾਗਦੇ। ਅੰਕਰ ਜਾ ਪ੍ਰਗਟ ਬੇਟਿਓ ਪੁਰਖ ਰਸ ਬੈਰਾਗੀ। ਬਿਟਿਓ ਅੰਧੇਰ ਮਿਲਦਾ ਨਾ। ਜਨਮ ਜਨਮ ਕੀ ਸੋਈ ਜਾਗੀ। ਕਰੋੜਾਂ ਜਨਮਾਂ ਦੀ ਸੁੱਤੀ ਪਈ ਸੁਰਤ ਨੂੰ ਜਾਗ ਆ ਜਾਂਦੀ। ਇਹ ਪਛਾਣ ਲੈਂਦਾ ਮੈਂ ਕੌਣ ਹਾਂ। ਜਿੰਨਾ ਚਿਰ ਨਹੀਂ ਪਛਾਣਦਾ ਉਹਨਾਂ ਚਿਰ ਤਾਂ ਸੁੱਤਾ ਪਿਆ। ਸੁੱਤੇ ਆਦਮੀ ਕੋਲ ਸਰਾਣੇ 10 ਲੱਖ ਰੁਪਈਆ ਰੱਖ ਕੇ ਪੈ ਗਿਆ। ਖਿਆਲ ਕਰਿਆ ਕੋਈ ਚੋਰ ਨਾ ਆ ਜਾਵੇ, ਪਾੜ ਨਾ ਲਾ ਲਵੇ, ਹੇਠਾਂ ਰੱਖ ਲਈਏ ਸਰਾਣੇ। ਉਹ ਰਾਤ ਨੂੰ ਪਿਆਸ ਲੱਗੀ। ਉਹ ਪਿਆਸ ਲੱਗੀ ਤਾਂ ਉਹ ਕਹਿੰਦਾ ਵੀ ਮੈਂ ਤਾਂ ਪਾਣੀ ਤੈਨੂੰ ਤਾਂ ਪਿਲਾਉਣਾ ਜੇ 2 ਪੈਸੇ ਦੇਂਗਾ, ਜਾਂ ਐਂ ਸਮਝ ਲਓ ਵੀ 10 ਪੈਸੇ ਅੱਜ ਕੱਲ੍ਹ ਜਾਂ ਰੁਪਈਆ ਦੇਵੇਂਗਾ। ਹੁਣ ਜੇਬ 'ਚ ਹੱਥ ਮਾਰਦਾ, ਰੁਪਈਆ ਹੈ ਨਹੀਂ। ਉਹ ਫਿਰ ਮੰਗਦਾ, ਮੰਗਿਆ ਹੋਇਆ ਕੋਈ ਦਿੰਦਾ ਨਹੀਂ। ਪਿਆਸਾ ਮਰਦਾ, ਦੁਖੀ ਹੁੰਦਾ, ਰੋਂਦਾ, ਕਰਲਾਉਂਦਾ। ਪਰ ਜਦੋਂ ਅੱਤ ਦੁਖੀ ਹੋ ਕੇ ਜਾਗ ਆਈ, ਹੱਥ ਦੇ ਸਰਾਣੇ ਥੱਲੇ ਤਾਂ 10 ਲੱਖ ਰੁਪਈਆ ਰੱਖਿਆ ਪਿਆ ਬਿਸਤਰੇ ਦੇ ਥੱਲੇ ਚਿਣ ਕੇ। ਉਹ ਕਹਿੰਦਾ ਕਮਾਲ ਹੈ, ਮੈਂ ਤਾਂ 1 ਰੁਪਈਏ ਪਿੱਛੇ ਕਿੰਨਾ ਦੁੱਖ ਭੋਗਿਆ, ਕਿੰਨੀਆਂ ਮਿੰਨਤਾਂ ਕਰੀਆਂ ਨੇ, ਕਿੰਨਾ ਮੰਗਿਆ, ਕਿਸੇ ਨੇ ਦਿੱਤਾ। ਮਹਾਰਾਜ ਕਹਿੰਦੇ ਆਹੀ ਹਾਲ ਸਾਡੇ ਨਾਲ ਹੋਇਆ ਹੋਇਆ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਜੀ। ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਜੀ।
कारी। ਅਛਤ ਰਾਜ ਬਿਛਰ ਦੁੱਖ ਪਾਇਆ ਸੋਗਤ ਪਈ ਹਮਾਰੀ। ਮਹਾਰਾਜ ਕਹਿੰਦੇ ਆਹੀ ਹਾਲ ਸਾਡਾ। ਇੱਕ ਰਾਜਾ ਸੀ, ਉਹਨੇ 7 ਮੰਜ਼ਲਾਂ ਦੀ ਇੱਕ ਕੋਠੀ ਬਣਾਈ। ਉਹਦੀ ਡਿਫੈਂਸ ਇੰਨੀ ਜ਼ਬਰਦਸਤ ਸੀ ਕਿ ਹਰ ਮੰਜ਼ਿਲ ਦੇ ਉੱਤੇ ਪਹਿਰੇਦਾਰ ਹੋਇਆ ਕਰਦੇ ਸੀ। ਚਿੜੀ ਜਨੌਰ ਨਹੀਂ ਸੀ ਉੱਥੇ ਪਹੁੰਚ ਸਕਦਾ। ਆਖਰੀ ਮੰਜ਼ਿਲ 'ਚ ਜਿੱਥੇ ਆਪ ਪੈਂਦਾ ਸੀ, ਉੱਥੇ ਸਭ ਕਿਸਮ ਦੇ ਜਿਹੜੇ ਹਥਿਆਰ ਸੀ ਉਹ ਮੰਜਿਆਂ 'ਤੇ ਰੱਖ ਲੈਣੇ ਭਰ ਕੇ, ਰਾਈਫਲਾਂ ਵੀ, ਹੋਰ ਵੀ ਚੀਜ਼ਾਂ, ਤਲਵਾਰਾਂ ਨੰਗੀਆਂ, ਬਰਛੇ ਵੀ, ਪਤਾ ਨਹੀਂ ਕਿਹੜਾ ਮੇਰੇ ਹੱਥ 'ਚ ਆ ਜਾਵੇ, ਕਿਹੜਾ ਬਤਲਾ। ਰਾਤ ਨੂੰ ਸੁਪਨਾ ਆਉਂਦਾ, ਪਰਜਾ ਵਿਗੜ ਗਈ। ਪਰਜਾ ਨੇ ਜਾ ਕੇ ਗੁਆਂਢੀ ਰਾਜੇ ਨੂੰ ਕਿਹਾ ਵੀ ਸਾਡਾ ਰਾਜਾ ਬੜਾ ਬਦਮਾਸ਼ ਹੈ, ਮਾੜਾ ਹੈ, ਇਹ ਤੋਂ ਰਾਜ ਖੋ, ਅਸੀਂ ਸਾਰੀ ਪਰਜਾ ਤੁਹਾਡੇ ਨਾਲ। ਉਹ ਰਾਜਾ ਚੜ੍ਹ ਕੇ ਆ ਜਾਂਦਾ। ਇਸ ਰਾਜੇ ਨੇ ਆਪਣੇ ਜਰਨੈਲਾਂ ਨੂੰ ਕਿਹਾ, ਉਹ ਕਹਿੰਦੇ ਅਸੀਂ ਨਹੀਂ ਕੁਛ ਵੀ ਕਰਨਾ। ਵਜ਼ੀਰਾਂ ਨਾਲ ਸਲਾਹ ਕਰੀ, ਕਹਿੰਦੇ ਤੇਰੇ ਵਰਗਾ ਨਲਾਇਕ ਕੋਈ ਨਹੀਂ, ਅਸੀਂ ਤੇਰੇ 'ਤੇ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਅਖੀਰ ਉਹ ਰਾਜਾ ਆ ਗਿਆ। ਆ ਕੇ ਉਸਨੇ ਬਹੁਤ ਬੇਪਤੀ ਕਰਤੀ, ਕੱਪੜੇ ਲਾ ਲਏ ਇਹਦੇ ਸਾਰੇ। ਇਹਦੀਆਂ ਹੀ ਰਾਣੀਆਂ ਨੂੰ ਕਿਹਾ ਕਿ ਇਹਦੇ ਮੂੰਹ 'ਤੇ ਚਪੇੜਾ ਮਾਰੋ ਜਾਂ ਥੁੱਕੋ। ਕਹਿਣ ਲੱਗਿਆ ਹੈ ਮੇਰੀਆਂ ਰਾਣੀਆਂ ਨੂੰ ਕੀ ਹੋ ਗਿਆ, ਇਹ ਤਾਂ ਪਤੀਵਰਤਾ ਰਾਣੀਆਂ ਸੀ, ਮੇਰੇ ਨਾਲ ਪਿਆਰ ਕਰਦੀਆਂ ਸੀ, ਅੱਜ ਇਹਨਾਂ ਨੂੰ ਕੀ ਹੋ ਗਿਆ। ਬਹੁਤ ਦੁੱਖ ਦੇ ਵਿੱਚ ਲੈ ਗਿਆ। ਉਸ ਨੂੰ ਹੁਕਮ ਹੋ ਗਿਆ ਕਿ ਇਸ ਨੂੰ ਰਾਜ ਤੋਂ ਬਾਹਰ ਕੱਢ ਦਿਓ, ਕੋਈ ਖਾਣ ਨੂੰ ਨਾ ਦਿਓ, ਕੋਈ ਪੀਣ ਨੂੰ ਨਾ ਦਿਓ, ਇੱਟਾਂ ਮਾਰੋ ਇਹਦੇ। ਜਿਹੜਾ ਖਾਣ ਪੀਣ ਨੂੰ ਦਿਓ ਉਹਨੂੰ ਇਹਦੇ ਨਾਲ ਹੀ ਬਾਹਰ ਕੱਢ ਦਿੱਤਾ ਜਾਏ। ਸਾਰੀ ਪਬਲਿਕ ਵਿਗੜ ਗਈ, ਬੱਚੇ ਪਿੱਛੇ ਪੈ ਗਏ, ਪਾਗਲ ਪਾਗਲ ਕਰਕੇ ਕੇਸ ਖਿੰਡ ਗਏ, ਦੌੜਾ ਖਿੰਡ ਗਿਆ, ਪਤਾ ਨਹੀਂ ਲੱਗਦਾ, ਬਸਤਰ ਪਹਿਨਿਆ ਹੋਇਆ ਕੋਈ ਨਹੀਂ, ਬੱਚੇ ਇੱਟਾਂ ਮਾਰਦੇ ਆ, ਨੱਠਿਆ ਜਾਂਦਾ ਕਦੇ ਇੱਧਰ ਕਦੇ ਇੱਧਰ। ਜੇਠ ਹਾੜ ਦਾ ਮਹੀਨਾ, ਜੁੱਤੀ ਹੈ ਨਹੀਂ ਪੈਰਾਂ 'ਚ, ਪਾਣੀ ਕੋਈ ਪੀਣ ਨੂੰ ਨਹੀਂ। ਬਹੁਤ ਦੁਖੀ ਹੋ ਗਿਆ, ਰੋਂਦਾ ਬਹੁਤ ਜ਼ਿਆਦਾ। ਉਹਦੇ ਬਾਅਦ ਜੰਗਲ 'ਚੋਂ ਇੱਕ ਗਿੱਦੜੀ ਨਿਕਲੀ, ਉਹਨੇ ਆ ਕੇ ਇਹਦੇ ਚੱਕ ਮਾਰਿਆ। ਹਲਕੀ ਹੋਈ ਗਿੱਦੜੀ ਸੀ, ਇਹਨੇ ਦੇਖ ਲਿਆ ਮੈਂ ਹੁਣ ਹਲਕ ਜਾਣਾ ਅਤੇ ਮੈਂ ਮਰ ਜਾਣਾ। ਬਸਤੀ ਦੇ ਵਿੱਚ ਆ ਗਿਆ, ਉੱਥੇ ਆ ਕੇ ਮਿੰਨਤਾਂ ਕਰਦਾ ਫਿਰਦਾ। ਉਹ ਜਿਹੜਾ ਘਵਈਆ ਸੀ ਘਾਹ ਬੰਨ੍ਹਣ ਵਾਲਾ, ਉਹ ਕਹਿੰਦਾ ਦੇਖ ਪ੍ਰੇਮੀਆਂ, ਮੁਫ਼ਤ ਤਾਂ ਮੈਂ ਕਰਨਾ ਨਹੀਂ, ਤੂੰ ਮੈਨੂੰ ਲਿਆ ਕੇ ਦੇ 4 ਆਨੇ। ਉਹ 4 ਆਨੇ ਮੰਗਦਾ ਫਿਰਦਾ, ਕੋਈ ਕੌਡੀ ਵੀ ਨਹੀਂ ਦਿੰਦਾ। ਰੋਂਦਾ ਹੈ ਬਹੁਤ। ਰੋਂਦੇ ਰੋਂਦੇ ਦੀ ਜਿਹੜੀ ਆਵਾਜ਼ ਸੀ ਉਹ ਕਿਸੇ ਮਹਾਤਮਾ ਨੇ ਸੁਣੀ। ਉਹ ਕਹਿਣ ਲੱਗਿਆ ਪ੍ਰੇਮੀਆਂ ਤੂੰ ਕਿਉਂ ਰੋਂਦਾ? ਕਹਿੰਦਾ ਮਹਾਂਪੁਰਸ਼ੋ, ਮੈਂ ਥੋੜ੍ਹੇ ਦਿਨ ਪਹਿਲਾਂ ਰਾਜਾ ਸੀ, ਮੇਰਾ ਹੁਕਮ ਚੱਲਦਾ ਸੀ, ਅੱਜ ਮੈਂ ਇੰਨਾ ਜ਼ਲੀਲ ਹੋ ਗਿਆ ਕਿ ਮੇਰੇ ਵਸਤਰ ਵੀ ਲਾ ਲਏ। ਆਹ ਦੇਖੋ ਮੇਰੇ ਸਰੀਰ ਦੇ ਉੱਤੇ ਕਿੰਨੇ ਜ਼ਖਮ ਹੋ ਗਏ, ਪਾਗਲ ਕਰਕੇ ਮੈਨੂੰ ਕੱਢ ਦਿੱਤਾ, ਮੈਨੂੰ ਖਾਣ ਨੂੰ ਕੁਛ ਨਹੀਂ ਮਿਲਦਾ, ਜੰਗਲ 'ਚ ਮੇਰੇ ਗਿੱਦੜੀ ਨੇ ਆ ਕੇ ਚੱਕ ਮਾਰਿਆ ਅਤੇ ਮੈਨੂੰ ਹਲਕ ਚੜ੍ਹਦਾ ਜਾਂਦਾ, ਮੈਂ ਤਾਂ ਮਰ ਜਾਣਾ। ਮਹਾਤਮਾ ਕਹਿੰਦੇ ਕੋਈ ਨਹੀਂ, ਤੈਨੂੰ ਮਰ ਨਹੀਂ ਦਿੰਦੇ। ਉਹਨਾਂ ਨੇ ਇਲਾਜ ਸ਼ੁਰੂ ਕਰਤਾ। 1.25 ਮਹੀਨਾ ਦਵਾਈ ਖਾਈ ਗਿਆ, ਠੀਕ ਨਾ ਵਰਨਾ ਹੋ ਗਿਆ। ਉਹਦੇ ਬਾਅਦ ਉਹ ਘਵਈਏ ਕੋਲ ਗਿਆ ਵੀ ਤੂੰ ਤਾਂ ਬੰਨਦਾ ਨਹੀਂ ਸੀ ਜ਼ਖਮ, ਮੈਂ ਦੇਖ ਲਾ ਮਹਾਤਮਾ ਤੋਂ ਬਣਾ ਲਿਆ। ਉਹ ਜ਼ਖਮ ਬੰਨ੍ਹਣ ਵਾਲਾ, ਘਾਹ ਬੰਨ੍ਹਣ ਵਾਲੇ ਨੂੰ ਘਵਈਆ ਕਹਿੰਦੇ ਨੇ। ਉਹ ਉੱਠ ਕੇ ਇਹਦੇ ਨਾਲ ਲੜਨ ਲੱਗ ਗਿਆ, ਜੱਫੋਂ ਜੱਫੀ ਹੋ ਗਈ। ਇਹ ਰਾਜਾ ਥੱਲੇ ਗਿਰ ਗਿਆ, ਗਿਰਦੇ ਦੀ ਅੱਖ ਖੁੱਲ੍ਹ ਗਈ। ਕੀ ਦੇਖਦਾ? ਆਪਣੇ ਮਹਿਲ ਦੀ 7ਵੀਂ ਮੰਜ਼ਿਲ 'ਤੇ ਪਿਆ, ਨਾ ਕੋਈ ਉੱਥੇ ਗਿਰੜੀ, ਨਾ ਕੋਈ ਫੌਜ। ਸਾਰੀ ਫੌਜ ਦੇਖੀ ਉਵੇਂ ਖੜ੍ਹੀ ਹੈ, ਸਾਰੇ ਸ਼ਸਤਰ ਦੇਖੇ, ਬਹੁਤ ਪਰੇਸ਼ਾਨ ਹੋ ਗਿਆ। ਮਹਾਰਾਜ ਕਹਿੰਦੇ ਵੀ ਆਹੀ ਹਾਲ ਹੈ ਸਾਡਾ, ਬਿਲਕੁਲ ਐਂ ਸਮਝ ਲਓ। ਅਸੀਂ ਆਤਮ ਸ਼ਹਿਜ਼ਾਦੇ ਹਾਂ, ਵਾਹਿਗੁਰੂ ਦੀ ਅੰਸ਼ ਹਾਂ, ਵਾਹਿਗੁਰੂ ਵਰਗੇ ਹੀ ਹਾਂ ਅਸੀਂ, ਕੋਈ ਫਰਕ ਨਹੀਂ ਹੈ। ਇਹ ਕਹੋ ਕਬੀਰ ਹਮ ਰਾਮ ਕੀ ਅੰਸ਼। ਲੇਕਿਨ ਹੋਇਆ ਕਿ ਮਾਇਆ ਦੀ ਨੀਂਦ ਚੜ੍ਹ ਗਈ ਸਾਨੂੰ। ਰਜੋਗੁਣ, ਤਮੋਗੁਣ, ਸਤੋਗੁਣ, 3 ਲਹਿਰਾਂ ਨੇ ਮਾਇਆ ਦੀਆਂ। ਤਿੰਨੇ ਲਹਿਰਾਂ ਦਾ ਸਾਡੇ ਉੱਤੇ ਨਸ਼ਾ ਹੋ ਗਿਆ ਅਤੇ ਅਸੀਂ ਸੌਂ ਗਏ ਭਰਮ 'ਚ ਪੈ ਕੇ। ਤੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਨ। ਹੁਣ ਗੁਰੂ ਜਗਾਉਂਦੇ ਨੇ, ਗੁਰੂ ਤਰੀਕਾ ਦੱਸਦੇ ਨੇ ਵੀ ਜੇ ਤਾਂ ਤੂੰ ਜਾਗ ਪਿਆ ਤਾਂ ਤੂੰ ਪਿਆਰਿਆ ਵਾਹਿਗੁਰੂ, ਜੇ ਨਾ ਜਾਗਿਆ ਪਸ਼ੂ ਢੋ ਰਿਹਾ ਤੂੰ। ਆਪ ਨਾ ਇਸ ਸ੍ਰਿਸ਼ਟ ਮੈਂ ਬਿਨ ਬੂਝੇ ਪਸਤੋ। ਫਿਰ ਆਪਣੇ ਆਪ ਨੂੰ ਵੱਡਾ ਨਾ ਕਹਾ, ਕਿਉਂਕਿ ਤੈਂ ਬੁੱਝੀ ਨਹੀਂ ਗੱਲ।
ਨਾ ਬੁੱਝਣ ਕਰਕੇ ਤੂੰ ਹਲੀਊਜ਼ਨ ਦੇ ਵਿੱਚ, ਇਗਨੋਰੈਂਸ ਦੇ ਵਿੱਚ, ਭੁੱਲ ਦੇ ਵਿੱਚ, ਅਵਿਦਿਆ ਵਿੱਚ ਜੀਵਨ ਦਾ ਜੀਵਨ ਗੁਜ਼ਾਰਦਾ ਤੁਰਿਆ ਜਾ। ਸਾਧੂ ਨੇ ਮਿਲ ਕੇ ਤੈਨੂੰ ਜਗਾਉਣਾ, ਗੁਰੂ ਦੇ ਕੋਲ ਤੂੰ ਸ਼ਰਨ ਲੱਗ ਗਿਆ, ਗੁਰੂ ਨੇ ਤੈਨੂੰ ਜਗਾਉਣਾ। ਗੁਰੂ ਤਰੀਕਾ ਦੱਸਦਾ ਜਾਗਣ ਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰਾਏ ਅੰਮ੍ਰਿਤ ਸਰਨ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਮੈਨੇ ਉੱਠਦਿਆਂ ਨਾਮ ਤੇ ਆਵੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਹੁਣ ਜਦ ਗੁਰੂ ਦੇ ਮਨ 'ਚ ਭਾ ਗਿਆ ਨਾ ਸਾਸ ਸਾਸ ਜਪਦਾ। ਹੁਣ ਇੱਕ ਕੰਡੀਸ਼ਨ ਹੈ ਇੱਥੇ ਬਈ ਤੁਸੀਂ ਸਾਸ ਸਾਸ ਨਾਮ ਜਪੋ। 24,000 ਸਵਾਸ ਹੁੰਦਾ ਹੈ। ਸਾਸ ਸਾਸ ਸਿਮਰੋ ਗੋਬਿੰਦ, ਐ ਪੜ੍ਹ ਲਓ। ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰ ਹੈ ਚਿੰਨ। ਕਈ ਪ੍ਰੇਮੀਆਂ ਦਾ ਖਿਆਲ ਹੈ ਬਈ ਜੇ ਅਸੀਂ ਬਹੁਤ ਹੱਠ ਕਰੀਏ ਤਾਂ ਬੋਲੀਏ ਨਾ, ਕੋਈ ਕੰਮ ਨਾ ਕਰੀਏ ਤਾਂ ਅਸੀਂ ਦਿਨ ਦਿਨ ਤਾਂ ਜਪ ਸਕਦੇ ਹਾਂ, ਰਾਤ ਨੂੰ ਕੀ ਕਰੀਏ? ਰਾਤ ਨੂੰ ਤਾਂ ਮਨ ਭਟਕਦਾ ਫਿਰਦਾ। ਲੇਕਿਨ ਜਪਦੇ ਜਪਦੇ ਇੱਕ ਐਸੀ ਅਵਸਥਾ ਆਉਂਦੀ ਹੈ ਜਿਹਦੇ ਵਿੱਚ ਰਾਤ ਨੂੰ ਵੀ ਨਾਮ ਜਪ ਹੋ ਜਾਂਦਾ। ਇਹ ਮਹਾਂਪੁਰਸ਼ਾਂ ਨੇ ਪ੍ਰਤੱਖ ਰੂਪ 'ਚ ਗੱਲਾਂ ਅਨੁਭਵ ਕਰਕੇ ਦੱਸੀਆਂ ਹੋਈਆਂ ਨੇ। ਕਿਉਂਕਿ ਸੌਂਦਾ ਸਰੀਰ ਹੈ, ਸੁਰਤ ਨਹੀਂ ਸੌਂਦੀ। ਜਿਹੜੀ ਸੁਰਤ ਨਾਮ ਦੇ ਨਾਲ ਲੱਗੀ ਉਹ ਜਾਗਦੀ ਰਹਿੰਦੀ ਹੈ। ਐਨਿਸ ਜਾਗੈ ਨੀਂਦ ਨਾ ਸੋਵੈ, ਗੁਰਮੁਖ ਨਹੀਂ ਸੌਂਦੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਥਾ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਨਾਮ ਪ੍ਰਕਾਸ਼। ਉਹ ਅਵਸਥਾ ਆ ਜਾਂਦੀ ਹੈ। ਹੁਣ ਇਹ ਜਿਹੜੀ ਗੱਲ ਹੈ, ਇਹ ਜਦ ਅਸੀਂ ਸਾਥ ਸਾਥ ਸਿਮਰਾਂਗੇ, ਇੰਨੀ ਸਾਡੇ ਅੰਦਰ ਆ ਜਾਏਗੀ ਜਾਗਰਤ ਵੀ ਅਸੀਂ ਭੁੱਲਾਂਗੇ ਨਹੀਂ ਵਾਹਿਗੁਰੂ ਨੂੰ ਕਦੇ ਵੀ। ਹਰ ਵਕਤ ਧਿਆਨ 'ਚ ਆ ਜਾਏਗਾ। ਭੁੱਲ ਪੈਂਦੀ ਹੈ ਜਦ ਚੀਜ਼ ਦੇਖੀ ਨਾ ਹੋਵੇ। ਜਦੋਂ ਦਿਖਾ ਦਿੰਦਾ ਗੁਰੂ ਫੇਰ ਨਹੀਂ ਭੁੱਲਦੇ। ਰੱਸੀ ਪਈ ਹੈ ਰਾਤ ਨੂੰ, ਸਾਰੀ ਰਾਤ ਡਰੀ ਜਾਵਾਂਗੇ ਵੀ ਦਰਵਾਜ਼ੇ ਮੂਹਰੇ ਸੱਪ ਪਿਆ, ਪਰ ਜਦ ਚਾਨਣਾ ਕਰਕੇ ਦੇਖ ਲਿਆ ਫੇਰ ਭਰਮ ਹਟ ਗਿਆ ਵੀ ਇਹ ਤਾਂ ਰੱਸੀ ਹੈ, ਚਾਹੇ 10 ਦਿਨ ਪਈ ਰਹੇ, ਨਹੀਂ ਫੇਰ ਭੁੱਲਦੇ। ਐਸੇ ਤਰ੍ਹਾਂ ਦੇ ਨਾਲ ਗੁਰੂ ਜਿਹੜਾ ਅਸਲੀਅਤ ਦਿਖਾ ਦਿੰਦਾ। ਜਦ ਅਸਲੀਅਤ ਦਿਖਾਤੀ ਜਾਗ ਆ ਗਈ, ਜਦ ਜਾਗ ਆ ਗਈ ਫੇਰ ਭੁੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਹੁਣ ਗੁਰੂ ਕੀ ਕਰਦਾ? ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾ। ਸਾਰਿਆਂ ਨੂੰ ਨਹੀਂ ਗੁਰੂ ਸੁਣਾਉਂਦਾ, ਜਿਹਦੇ ਉੱਤੇ ਅਤੀ ਦਿਆਲ ਹੋ ਜੇ ਉਹਨੂੰ ਸੁਣਾਉਂਦਾ। ਉਹ ਜਦੋਂ ਉਹਨੂੰ ਸੁਣਿਆ ਤਾਂ ਉਹ ਜੀਵ ਤੋਂ ਪਰਮੇਸ਼ਰ ਬਣ ਜਾਂਦਾ। ਜਦੇ ਹੀ ਕੁਛ ਵੀ ਨਹੀਂ ਬਾਕੀ ਬਚਦਾ। ਨਾਮਦੇਵ ਕਹਿਣ ਲੱਗਿਆ ਜਦੋਂ ਦੇਹਰਾ ਫੇਰਿਆ, ਕਹਿੰਦਾ ਹੇ ਪ੍ਰਭੂ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦੇ ਨਾਮਦੇਵ ਇਹ ਜੇ ਮੈਂ ਤੈਨੂੰ ਗੱਲ ਦੱਸਤੀ ਨਾ, ਨਾ ਤੈਂ ਰਹਿਣਾ ਨਾ ਮੈਂ ਰਹਿਣਾ ਤੇ ਨਾ ਸੰਸਾਰ ਨੇ ਰਹਿਣਾ। ਹੁਣ ਬੜੀ ਅਜੀਬ ਬਾਤ ਹੈ ਵੀ ਜੇ ਰੱਬ ਦੱਸ ਦੇਵੇ ਮੈਂ ਕਿੱਥੇ ਰਹਿਣਾ ਤਾਂ ਨਾ ਸੰਸਾਰ ਰਹਿਣਾ
ਨਾ ਮੈਂ ਰਹਿਣਾ ਈਸ਼ਵਰ ਨੇ, ਨਾ ਤੈਂ ਰਹਿਣਾ। ਇਹ ਬੁੱਝਣਾ ਹੈ। ਇਹ ਕਥ ਕਥਾ ਕਹਿੰਦੇ ਆ, ਬੁੱਝੋ ਗਿਆਨੀ ਬੁੱਝਣਾ, ਕਥ ਕਥਾ ਮਨ ਮਾਹਿ। ਹੁਣ ਕਹਿੰਦਾ ਵੀ ਹੇ ਵਾਹਿਗੁਰੂ ਜੀ ਤੁਸੀਂ ਨਹੀਂ ਦੱਸਦੇ, ਕਹਿੰਦਾ ਮੈਂ ਦੱਸਦੇ। ਕਹਿੰਦੇ ਫੇਰ ਦੱਸੂ ਕੌਣ? ਕਹਿੰਦੇ ਮੇਰੇ ਪਿਆਰੇ, ਉਹ ਦੱਸਦੇ ਨੇ। ਸੰਤਾਂ ਕੋਲ ਭੇਜਤਾ ਗਿਆਨੇਸ਼ਵਰ ਜੀ ਕੋਲ। ਉਹ ਜਦ ਗਿਆਨੇਸ਼ਵਰ ਜੀ ਕੋਲ ਗਿਆ ਤੇ ਉਹਨੇ ਦੱਸ ਦਿੱਤਾ। ਪਹਿਲਾਂ ਤਾਂ ਨਾਮਦੇਵ ਕਹਿੰਦਾ ਸੀ ਵੀ ਬੈਕੁੰਠ ਧਾਮ 'ਚ ਰਹਿੰਦਾ, ਉੱਥੋਂ ਆਉਂਦਾ, ਗੜ ਚੜ੍ਹੇ ਗੋਬਿੰਦ ਆਏ ਦਾ। ਫੇਰ ਜਦ ਦੱਸ ਦਿੱਤਾ, ਫੇਰ ਉਹਦੀ ਬਿਰਤੀ ਬਦਲ ਕੇ ਇਸ ਤਰ੍ਹਾਂ ਦੀ ਭਾਵਨਾ ਹੋ ਗਈ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ। ਏਕਲ ਮਾਟੀ ਕੁੰਜਰ ਚੀਂਟੀ ਪਾਂਜਨ ਹੈ ਬਹੁਤ ਨਾਨਾ। ਸਾਰੇ ਘਟ ਘਟ ਦੇ ਵਿੱਚ ਵਾਹਿਗੁਰੂ ਵਿਆਪ ਦੇਖਿਆ, ਆਪਣੇ ਵਿੱਚ ਵੀ ਦੇਖ ਲਿਆ, ਆਪਣਾ ਆਪਾ ਖਤਮ ਹੋ ਗਿਆ। ਹੁਣ ਤਾਂ ਸਮਝਦੇ ਸੀ ਮੈਂ, ਜਦ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਮੈਂ ਮਰ ਗਈ। ਰਹਿ ਕੀ ਗਿਆ? ਵਾਹਿਗੁਰੂ ਹੀ ਰਹਿ ਗਿਆ ਸਾਰੇ। ਗੁਰੇ ਦਿਖਾਇਓ ਲੋਏ ਨਾ ਈਤਾ ਊਤਾ ਘਟ 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 ਤੂੰ ਹੀ। ਸੋ ਇਸ ਤਰ੍ਹਾਂ ਦੇ ਨਾਲ ਜੋ ਮੈਂ ਬੇਨਤੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਹੋਏ ਨੇ, ਗੁਰੂ ਨੇ ਸਾਡੇ, ਇਦੋਂ ਵੱਡਾ ਗੁਰੂ ਮਿਲ ਨਹੀਂ ਸਕਦਾ। ਲੇਕਿਨ ਸੰਤ ਦੇ ਮਿਲੇ ਤੇ ਬਗੈਰ ਇਹ ਗੁਰੂ ਦੀ ਬਾਤ ਨਹੀਂ ਸਮਝ ਆਏਗੀ ਕਦੇ ਵੀ। ਜਿਹਦਾ ਜੀ ਕਰਦਾ ਫਿਰ ਲਓ, ਟਾਈਮ ਵੇਸਟ ਕਰ ਲਓ, ਨਹੀਂ ਆਉਂਦੀ। ਕਿਉਂਕਿ ਉਹਨੂੰ ਇਖਤਿਆਰ ਦਿੱਤਾ ਹੋਇਆ। ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੇ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤ ਹੈ ਰੇਅਰ, ਸ਼ਾਇਦ ਸਾਰੀ ਜ਼ਿੰਦਗੀ 'ਚ ਕਿਸੇ ਨੂੰ ਮਿਲ ਜੇ। ਮੈਨੂੰ ਤਾਂ ਇੱਕ ਮਿਲਿਆ ਸੀ, ਉਹਦੇ ਪਾਏ ਦਾ ਮਿਲ ਨਹੀਂ ਸਕਿਆ। ਮਿਲੇ ਮਹਾਤਮਾ ਦਾ ਸਭ ਦਾ ਮੈਂ ਸਤਿਕਾਰ ਕਰਦਾ। ਉਹ ਜਿਨ੍ਹਾਂ ਨੂੰ ਮਿਲੇ ਨੇ ਉਹਨਾਂ ਨੂੰ ਪਤਾ ਹੋਣਾ, ਮੈਨੂੰ ਤਾਂ ਇੱਕ ਮਿਲਿਆ ਸੀ, ਉਹਦਾ ਪਤਾ। ਮੁੜ ਕੇ ਲੱਭਿਆ ਹੀ ਨਹੀਂ ਕੋਈ। ਉਹ ਕਿਰਪਾ ਹੋ ਜਾਏ ਵਾਹਿਗੁਰੂ ਦੀ। ਤੱਤਵੇਤਾ ਮਹਾਂਪੁਰਸ਼ ਜਿਹਨੇ ਗੱਲ ਨੂੰ ਜਾਣ ਲਿਆ, ਉਹ ਮਿਲ ਜਾਵੇ, ਉਹ ਤਾਂ ਮਿਲਾ ਦਿੰਦਾ। ਦੂਆ ਨਹੀਂ, ਦੂਆ ਤਾਂ ਟੋਰੇ ਮਾਰੂਗਾ, ਕਰਮ ਕਾਂਡ 'ਚ ਫਜ਼ੂਲ ਗੱਲਾਂ 'ਚ ਪਾ ਕੇ ਹੋਰੇ ਪਾਸੇ ਲੈ ਜੂ, ਟਾਈਮ ਵੇਸਟ ਹੋ ਜੂ, ਉਮਰ ਲੰਘ ਜੂ। ਹੁਣ ਸਾਡਾ ਜਿਹੜਾ ਲਕਸ਼ ਹੈ ਨਾ, ਜਿਵੇਂ ਟਾਰਗੇਟ ਹੁੰਦਾ ਸਾਹਮਣੇ, ਉਹ ਬੜਾ ਕਲੀਅਰ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ। ਹੁਣ ਮਹਾਰਾਜ ਕਹਿੰਦੇ ਸੋਚਣ ਨਾਲ ਤਾਂ ਨਹੀਂ, ਇਹਦੇ ਨੇੜੇ ਤੇੜੇ ਵੀ ਨਹੀਂ ਤੁਸੀਂ ਪਹੁੰਚ ਸਕਣਾ। ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਅਤੇ ਨਾ ਸਮਾਧੀਆਂ ਦੇ ਨਾਲ ਇਹਦੇ ਨੇੜੇ ਤੇੜੇ ਪਹੁੰਚ ਸਕਦੇ ਹੋ। ਚੁੱਪੈ ਚੁੱਪ ਨਾ ਹੋਵੇ ਜੇ ਲੈ ਨਾ। ਵਾਸ਼ਨਾ ਨੂੰ ਭੋਗਾਂ ਦੇ ਨਾਲ ਰਜਾ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ।
ਹਜ਼ਾਰਾਂ ਕਿਸਮ ਦੇ ਮੰਤਕ, ਦਲੀਲਾਂ, ਸ਼ਾਸਤਰ, ਵੇਦ, ਕਿਤਾਬਾਂ ਪੜ੍ਹ ਲਓ, ਸਹਿ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚਲਾਏ ਨਾਲ ਇਹਨੂੰ ਸਮਝਣ ਵਾਸਤੇ ਇੱਕ ਵੀ ਨਹੀਂ ਕੰਮ ਦਿੰਦਾ। ਸਵਾਲ ਆ ਗਿਆ ਕਿਵ ਸਚਿਆਰਾ ਹੋ ਗਈ, ਕਿਵ ਕੂੜਾ ਟੁੱਟਾ। ਫਿਰ ਇਹ ਜਿਹੜੀ ਝੂਠ ਦੀ ਦੀਵਾਰ ਬਣ ਗਈ, ਸਾਨੂੰ ਸਮਝਣ ਨਹੀਂ ਦਿੰਦੀ ਇਹ ਟੁੱਟੇ ਕਿਵੇਂ। ਮਹਾਰਾਜ ਨੇ ਬੜਾ ਸਿੰਪਲ ਇਲਾਜ ਰੱਖ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਹੁਕਮ ਦੇ ਰਜ਼ਾ ਦੇ ਵਿੱਚ ਨਹੀਂ ਚੱਲਿਆ ਜਾਂਦਾ ਜਿੰਨੀ ਦੇਰ ਤੱਕ ਗੱਲ ਕੋਈ ਸਮਝਾਉਂਦਾ ਨਹੀਂ ਹੈ। ਇਹ ਤਾਂ ਮੈਂ ਕਹਿੰਦਾ ਮੈਂ ਕਰਦਾ ਮੈਂ ਕਰਦਾ। ਗੁਰੂ ਨਾਨਕ ਪਾਤਸ਼ਾਹ, ਗੁਰੂ ਦਸ਼ਮੇਸ਼ ਪਿਤਾ ਇੱਥੇ ਹੀ ਨੇ। ਬੁੱਧੂ ਸ਼ਾਹ ਉਹਨਾਂ ਨੂੰ ਪੁੱਛਦਾ ਵੀ ਮਹਾਰਾਜ ਰੱਬ ਦਾ ਅਤੇ ਰੂਹ ਦਾ ਮੇਲ ਕੈਸੇ। ਮਹਾਰਾਜ ਕਹਿੰਦੇ ਜੈਸੇ ਦਿਨ ਔਰ ਰਾਤ ਦਾ। ਉਹ ਸਮਝ ਨਹੀਂ ਰਿਹਾ ਵੀ ਦਿਨ ਆਏ ਅਤੇ ਰਾਤ ਨਹੀਂ ਰਹਿੰਦੀ। ਮਹਾਰਾਜ ਕਹਿੰਦੇ ਹਾਂ ਇਵੇਂ ਹੀ। ਕਹਿੰਦੇ ਫਿਰ ਮਹਾਰਾਜ ਮੇਲ ਕਾਹਦਾ ਹੋਇਆ। ਕਹਿੰਦੇ ਝੂਠ ਅਤੇ ਸੱਚ ਵਾਂਗੂ। ਕਹਿੰਦੇ ਮਹਾਰਾਜ ਸੱਚ ਦੇ ਪ੍ਰਕਾਸ਼ ਹੋਣ ਨਾਲ ਝੂਠ ਨਹੀਂ ਰਹਿਣਾ। ਮਹਾਰਾਜ ਕਹਿੰਦੇ ਜਦੋਂ ਸੱਚੀ ਮੈਂ ਦਾ ਪਤਾ ਲੱਗ ਗਿਆ ਨਾ, ਝੂਠੀ ਮੈਂ ਖਤਮ ਹੋ ਜਾਣੀ ਹੈ। ਇਹ ਹਰੇਕ ਦੇ ਵਿੱਚ ਪਰਮੇਸ਼ਰ ਆਪ ਕੰਮ ਕਰਦਾ। ਇੱਥੇ ਕੋਈ ਆਇਆ ਹੀ ਨਹੀਂ, ਦੂਜੇ ਦਾ ਗੁੰਜਾਇਸ਼ ਹੀ ਨਹੀਂ ਹੈ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਹੇ। ਦੂਜੇ ਦੀ ਗੁੰਜਾਇਸ਼ ਨਹੀਂ ਇੱਥੇ, ਨਾ ਮਾਇਆ ਆਈ ਹੈ ਨਾ ਪ੍ਰਕਿਰਤੀ ਆਈ ਹੈ। ਵਿਲੱਖਣ ਹੈ ਗੁਰੂ ਗ੍ਰੰਥ ਸਾਹਿਬ। ਜਿਹੜਾ ਗਿਆਨ ਹੈ ਉਹ ਬਿਲਕੁਲ ਮਾਡਰਨ ਹੈ। ਸਾਨੂੰ ਤਾਂ ਆਪੇ ਨਹੀਂ ਪਤਾ, ਅਸੀਂ ਦੂਜੇ ਨੂੰ ਕੀ ਦੱਸਾਂਗੇ। ਸਾਨੂੰ ਥੋੜ੍ਹੇ ਨਹੀਂ ਹੈ। ਅਸੀਂ ਤਾਂ ਕਹਿ ਦਿੰਦੇ ਹਾਂ ਜੀ ਸਾਡਾ ਧਰਮ ਹੈ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਇਹ ਤਾਂ ਤੁਹਾਡੀ ਵੇ ਆਫ ਲਾਈਫ ਹੈ, ਟਾਰਗੇਟ ਨਹੀਂ ਹੈ। ਫਿਰ ਗੁਰਮੁਖ ਨਾਮ ਦਾ ਇਸ਼ਨਾਨ, ਇਹ ਵੀ ਤੁਹਾਡੀ ਵੇ ਆਫ ਲਾਈਫ ਹੈ, ਤਰੀਕਾ ਜਿਉਣ ਦਾ। ਫਿਰ ਬਰਤਨ ਵਿਰਾਗ, ਮੁੱਖ ਭਗਤੀ, ਨੇਚੇ ਗਿਆਨ। ਕਹਿੰਦੇ ਇਹ ਤਾਂ ਤੁਹਾਡੇ ਅੰਤਸ਼ਕਰਨ ਨਾਲ ਸੰਬੰਧ ਰੱਖਦੇ ਨੇ। ਫਿਰ ਹੋਇਆ ਕੀ ਮਹਾਰਾਜ ਕਹਿੰਦੇ, ਹੋਇਆ ਤਾਂ ਅਸੀਂ ਸਭ ਤੋਂ ਪਹਿਲਾਂ ਲੁਕਾਇਆ ਹੀ ਨਹੀਂ ਹੈ। ਅਕਾਲ ਪੁਰਖ ਨੇ ਆਪਣਾ ਰੂਪ ਦੱਸਤਾ, ਅਸੀਂ ਸਾਰਾ ਸਿਧਾਂਤ ਰੱਖ ਦਿੱਤਾ। ਆਦਿ ਸੱਚ, ਜੁਗਾਦ ਸੱਚ, ਹੈ ਪੇ ਸੱਚ, ਨਾਨਕ ਹੋਸੀ ਵੀ। ਬੜੇ ਪੜ੍ਹੇ ਲਿਖੇ ਬੰਦੇ ਬੈਠੇ ਸੀ। ਮੈਂ ਆਹ ਗੱਲ ਸਮਝ ਲਓ, ਨਹੀਂ ਮੂਰਖ ਢੋਰਾਂ 'ਚ ਆ ਜਾਂਗੇ ਆਪਾਂ। ਉਹ ਸਾਡੇ ਜਿਹੜੇ ਮੁੱਖ ਹੈਗੇ ਸੰਪਾਦਕ, ਉਹ ਡਾਕਟਰ ਨੇ, ਪੜ੍ਹਾਉਂਦੇ ਰਹੇ ਨੇ ਸਾਰੀ ਜ਼ਿੰਦਗੀ ਗੁਰਮਤਿ ਕਾਲਜ। ਕਹਿੰਦਾ ਮੈਂ 150 ਟੀਕਾ ਪੜ੍ਹ ਲਿਆ, ਪਰ ਆਹ ਜਿਹੜੀ ਅੱਜ ਤੁਸੀਂ ਗੱਲ ਦੱਸੀ ਹੈ ਸਾਡੇ ਦਿਮਾਗ ਦੇ ਨੇੜੇ ਤੇੜੇ ਵੀ ਨਹੀਂ ਆਈ। ਹੁਣ ਪਤਾ ਲੱਗਿਆ ਵੀ ਅਸੀਂ ਤਾਂ ਬਿਲਕੁਲ ਟੋਟਲੀ ਅਣਜਾਣ ਹਾਂ। ਇਹ ਗੱਲ ਤਾਂ ਸਾਡੀ ਸਮਝ 'ਚ ਨਹੀਂ ਆ ਰਹੀ। ਆਹੀ ਦੋ ਅਰਥ ਕੀ ਨੇ ਸਾਰੀ ਦੁਨੀਆ ਜਾਣਦੀ ਹੈ ਵੀ ਪਹਿਲਾਂ ਵੀ ਤੂੰ ਸੱਚ ਸੀ, ਹੁਣ ਵੀ ਸੱਚ ਹੈ, ਫਿਰ ਵੀ ਸੱਚ ਹੋਏਗਾ। ਜਦ ਕੁਛ ਨਹੀਂ ਰਹੇਗਾ ਜਦ ਵੀ ਤੂੰ ਸੱਚ ਹੋਏਗਾ। ਇਹ ਨਹੀਂ ਗੱਲ ਬਣਦੀ। ਇਹਨੂੰ ਬੁੱਝਣਾ ਹੈ। ਜਦ ਤੱਕ ਬੁੱਝਦੇ ਨਹੀਂ ਹੈ ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਸੋ ਇਸ ਕਰਕੇ ਮਹਾਰਾਜ ਫਰਮਾਨ ਕਰਦੇ ਹੈ ਕਿ ਆਵਨ ਆਏ ਜਗਤ ਮੈਂ ਬਿਨ ਬੂਝੇ ਪਸ ਟੋਰ। ਜੇ ਪਿਆਰਿਓ ਇਹ ਗੱਲ ਨਾ ਬੁੱਝ ਹੋਈ ਸਾਰੀ ਜ਼ਿੰਦਗੀ ਤਾਂ ਪਸ਼ੂ ਅਤੇ ਢੋਰ, ਢੋਰ ਕਹਿੰਦੇ ਨੇ ਮਰੇ ਹੋਏ ਜਾਨਵਰ। ਢੋਰ ਟਬੰਤਾ ਨੀਚ ਜਾ ਤਿੰਨ ਤਿਆਗੀ ਮਾਇਆ। ਰਵਿਦਾਸ ਟਬੰਤਾ ਢੋਰ ਨੀਚ ਤਿੰਨ ਤਿਆਗੀ ਮਾਇਆ। ਮਰੇ ਹੋਏ ਡੰਗਰ ਚੱਕਦਾ ਸੀ, ਮਾਇਆ ਦਾ ਤਿਆਗ ਕਰਦਾ ਸੀ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੋ ਉਹ ਢੋਰ ਦਾ ਦਰਜਾ ਸਾਨੂੰ ਮਿਲਦਾ, ਮੂਰਖਾਂ ਦਾ ਦਰਜਾ ਮਿਲਦਾ। ਅਸੀਂ ਕਹਿੰਦੇ ਹਾਂ ਸਾਡੇ ਵਰਗਾ ਸਿਆਣਾ ਕੋਈ ਨਹੀਂ ਹੈ। ਉਹ ਗੱਲ ਸਾਫ਼ ਪਈ ਹੈ, ਸਿੱਧੀ ਪਈ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਉਹਦੀ ਪਹਿਲੀ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਜੇ ਪਹਿਲੀ ਗੱਲ ਨਹੀਂ ਮੰਨਣ ਨੂੰ ਤਿਆਰ ਤਾਂ ਗੁਰੂ ਨਾਲ ਰਿਸ਼ਤਾ ਕਿਹੜੀ ਗੱਲ ਦਾ ਹੋ ਗਿਆ। ਮਹਾਰਾਜ ਕਹਿੰਦੇ ਦੇਖ ਪਿਆਰਿਆ, ਜੇ ਤਾਂ ਲੈਣਾ ਕੁਛ ਤਾਂ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਆਹ ਜਿਹੜਾ ਮਨ ਹੈ ਤੈਨੂੰ ਲਈ ਫਿਰਦਾ ਨਾ, ਇਹ ਵੇਚਦੇ ਗੁਰੂ ਦੀ ਗੱਲ ਨੂੰ ਮੰਨ ਜਾ, ਫਿਰ ਤੇਰਾ ਕਾਰਜ ਰਾਸ ਹੋ ਜੂ। ਜਿਹੜੇ ਕੰਮ ਨੂੰ ਤੂੰ ਕਰਨਾ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਸਰੰਜਾਮ ਲਾਗ ਭਵ ਜਲ ਤਰਨੀ। ਅਕਲ ਬੁੱਧੀ ਦੇ ਨਾਲ ਬੁੱਝਿਆ ਹੋਇਆ ਬੁੱਝਿਆ ਹੀ ਨਹੀਂ ਜਾਂਦਾ। ਬੁੱਧੀ ਤਾਂ ਬੁੱਝਣ ਵਾਲੀ ਚੀਜ਼ ਨਹੀਂ, ਜਾਣਨ ਵਾਲੀ ਚੀਜ਼ ਹੈ। ਇਹਦੇ ਨਾਲ ਜਾਣਿਆ ਜਾ ਸਕਦਾ। ਇਹ ਕੰਮ ਹੈ, ਉਹਦੇ ਬਾਰੇ ਜਾਣ ਸਕਦੀ ਹੈ ਬੁੱਧੀ ਵੀ ਇਹਦੇ 'ਚ ਕਿੰਨੀਆਂ ਕੈਲਰੀਜ਼ ਨੇ ਖੁਰਾਕ ਖਾ ਕੇ।
ਇਹਦੇ ਵਿੱਚ ਕਿੰਨਾ ਐਸਿਡ ਹੈ, ਕਿੰਨੀ ਇਹਦੇ 'ਚ ਸ਼ੂਗਰ ਹੈ, ਕਿੰਨੀ ਇਹਦੇ 'ਚ ਟੇਸਟ ਹੈ, ਕਿੰਨਾ ਇਹਦੀ ਫੂਡ ਵੈਲਿਊ ਹੈ, ਕਿੰਨਾ ਇਹ ਬਲੱਡ ਦੇ ਉੱਤੇ ਅਸਰ ਕਰਦਾ, ਕਿੱਥੇ ਕਿੱਥੇ ਇਹ ਤਾਕਤ ਭੇਜਦਾ। ਇਹ ਬੁੱਝ ਜਾਣ ਤਾਂ ਲਿਆ, ਲੇਕਿਨ ਬੁੱਝਿਆ ਕਿਹਨੇ? ਜਿਹਨੇ ਅੰਬ ਫੜ ਕੇ ਚੂਸਣਾ ਸ਼ੁਰੂ ਕਰਤਾ। ਉਹ ਇੰਨਾ ਹੀ ਫਰਕ ਹੈ। ਗਿਆਨੀ ਜਾਣਦਾ ਹੈ, ਜਿਹੜਾ ਭਗਤ ਹੈ ਉਹ ਬੁੱਝਦਾ ਹੈ। ਇਸ ਕਰਕੇ ਗਿਆਨੀ ਬਹੁਤ ਪਿੱਛੇ ਹੈ। ਮਹਾਰਾਜ ਕਹਿੰਦੇ ਅਤਿ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮੇਰੇ ਤੱਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਮੈਂ ਜੋ ਇਹ ਬੇਨਤੀਆਂ ਕਰੀਆਂ ਨੇ ਇਹ ਟੇਪਾਂ ਲੈ ਲਿਓ, ਐਂ ਤਾਂ ਨਹੀਂ ਤੁਹਾਡੇ ਯਾਦ ਰਹਿਣੀ ਕਿਸੇ ਦੇ ਵੀ। ਇੱਕ ਬੰਦੇ ਦੇ ਨਹੀਂ ਯਾਦ ਰਹਿ ਸਕਦੀ, ਕੋਈ ਹੋਇਆ ਭਾਗਾਂ ਵਾਲਾ ਉਹਦੇ ਯਾਦ ਰਹੇ। ਆਮ ਸੰਗਤ ਦੇ ਨਹੀਂ, ਕਿਉਂਕਿ ਲੈਸਨ ਜਿਹੜਾ ਹੈ ਇਹ ਗ੍ਰੈਜੂਏਸ਼ਨ ਦਾ ਲੈਸਨ ਹੈ, ਐਡਵਾਂਸ ਸਟੂਡੈਂਟਸ ਵਾਸਤੇ ਹੈ ਇਹ ਸਾਡਾ ਮੰਜ਼ਿਲ ਹੈ। ਮੰਜ਼ਿਲ 'ਤੇ ਪਹੁੰਚਣ ਵਾਸਤੇ ਯਾਦ ਰੱਖੋ ਵੀ ਆਹ ਮੰਜ਼ਿਲ ਹੈ ਸਾਡੀ। ਜੇ ਟਾਰਗੇਟ ਹੈ ਨਹੀਂ ਸਾਹਮਣੇ, ਅਸੀਂ ਹੁਣ ਪੌਂਡੇ ਸਾਹਿਬ ਨੂੰ ਆਏ ਹਾਂ, ਜੇ ਸਾਡੇ ਮੂਹਰੇ ਮੰਜ਼ਿਲ ਇਹ ਨਾ ਹੁੰਦੀ ਅਸੀਂ ਯੂਪੀ ਵੱਲ ਨੂੰ ਨਿਕਲ ਜਾਣਾ ਸੀ। ਪਰ ਇਹ ਜਮਨਾ ਨਗਰ ਤੋਂ ਸਹਾਰਨਪੁਰ ਨੂੰ ਸਿੱਧੇ ਹੋ ਲੈਂਦੇ। ਉਹ ਜਦ ਮੰਜ਼ਿਲ ਸੀ ਅਸੀਂ ਮੁੜਦੇ ਆਏ ਵੀ ਇੱਥੇ ਪਹੁੰਚਣਾ, ਸ਼ਾਰਟੈਸਟ ਰੂਟ ਲਿਆ ਵੀ ਛੇਤੀ ਪਹੁੰਚ ਜਾਵਾਂਗੇ। ਸੋ ਮੰਜ਼ਿਲ ਮਿਥੋ ਪਹਿਲਾਂ। ਮੰਜ਼ਿਲ ਇਹ ਹੈ ਕਿ ਮੋਟੇ ਗੱਲਾਂ ਜੇ ਕਹੀਏ ਤਾਂ ਇੱਥੇ ਵਾਹਿਗੁਰੂ ਦੇ ਬਗੈਰ ਨਾ ਕੋਈ ਹੋਇਆ, ਨਾ ਕਿਸੇ ਨੇ ਹੋਣਾ, ਨਾ ਹੈਗਾ। ਆਹ ਜਿਹੜਾ ਸਾਡੇ ਅੰਦਰ ਦੁਜੈਗੀ ਪੈ ਗਈ ਨਾ, ਜਿਹਨੂੰ ਦੁਐਤ ਕਹਿੰਦੇ ਨੇ, ਇਹਦਾ ਨਾਸ਼ ਨਹੀਂ ਹੁੰਦਾ ਜਦ ਤੱਕ ਕੋਈ ਸਮਰੱਥ ਪੁਰਸ਼ ਆਪਣੀ ਸ਼ਕਤੀ ਦੇ ਨਾਲ ਫਿਲਹਾਲ ਹਾਲਤ 'ਚ ਨਹੀਂ ਪਹੁੰਚਾਉਂਦਾ। ਹੇਠਲੀਆਂ ਮੰਜ਼ਿਲਾਂ ਅਸੀਂ ਤੈਅ ਕਰ ਲਾਂਗੇ, ਲੇਕਿਨ ਆਖਰੀ ਮੰਜ਼ਿਲ ਨਹੀਂ ਹੁੰਦੀ। ਉਹ ਤਾਂ ਗੁਰੂ ਕਿਰਪਾ ਕਰ ਦੇਵੇ ਤਾਂ ਜਾ ਕੇ ਹੁੰਦੀ ਹੈ, ਨਹੀਂ ਹੋਇਆ ਕਰਦੀ। ਸਾਧ ਸੰਗਤ ਜੀ, ਵਾਹਿਗੁਰੂ ਮਿਹਰ ਕਰੇ ਸਾਨੂੰ ਐਸੇ ਜਨਮ ਦੇ ਅੰਦਰ ਕੋਈ ਕਿਨਾਰਾ ਲੱਭ ਜਾਵੇ। ਬੜੇ ਭਟਕਦੇ ਫਿਰੇ ਆ, ਸਾਨੂੰ ਪਤਾ ਲੱਗ ਗਿਆ ਵੀ ਅਸੀਂ ਬੇਅੰਤ ਜਨਮ ਭਟਕੇ, ਹੁਣ ਨਾ ਭਟਕੀਏ। ਇਹਦੇ ਵਾਸਤੇ ਕਹਿੰਦੇ ਘਰ ਛੱਡ ਜਾਈਏ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਜੁਗਤੀ ਚਾਹੀਦੀ ਹੈ। ਨਾਨਕ ਪੂਰਾ ਸਤਿਗੁਰ ਭੇਟੀਏ, ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਦਿੱਤੇ ਹੋਏ। ਛੱਡ ਕੇ ਕਿੱਥੇ ਜਾਏਗਾ? ਜਿਹਨੂੰ ਛੱਡ ਕੇ ਜਾਣਾ ਉਹ ਕੌਣ ਨੇ? ਉਹ ਵੀ ਤੇਰਾ ਪਰਮੇਸ਼ਰ ਹੀ ਹੈ ਜਿਹਨੂੰ ਛੱਡ ਕੇ ਲੜਦਾ। ਬਾਹਰ ਜਾ ਕੇ ਨਹੀਂ, ਸਭ ਕੁਛ ਕਰਨਾ ਹੈ, ਬਾਹਰ ਨਹੀਂ। ਬਾਹਰ ਢੂੰਡੇ ਸੋ ਭਰਮ ਭੁਲਾਏ। ਕਬੀਰ ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੀ ਰੱਬ ਹਿਆਲੀਐ। ਜੰਗਲ ਕਿਆ ਢੂੰਡੇ, ਉਹ ਤਾਂ ਅੰਦਰ ਰਹਿੰਦਾ। ਮੁਰਸ਼ਦੇ ਕਾਬਲ ਨੂੰ ਮਿਲ, ਉਹ ਤੈਨੂੰ ਜਗਾ ਦੇਗਾ। ਜਗਾਇਆ ਹੋਇਆ ਤੈਨੂੰ ਫੇਰ ਨਜ਼ਰ ਕੀ ਆਏਗਾ? ਗੁਰੇ ਦਿਖਾਇਓ ਲੋਏ ਨਾ ਈਤਾ ਊਤਾ ਘਟ 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 ਤੂੰ ਹੀ ਤੂੰ ਹੀ। ਤੇਰਾ ਵਰਤਾਰਾ ਕਿਹਾ ਜਾਊ ਭਾਈ ਕਨਈਏ ਵਰਗਾ। ਗੁਰੂ ਕੀ ਫੈਸਲਾ ਦਊਗਾ? ਗੁਰੂ ਕਹੂਗਾ ਵੀ ਪਾਣੀ ਨਾ ਇਕੱਲਾ ਪਿਲਾ, ਮੱਲਮ ਵੀ ਲੈ ਲੈ ਅਤੇ ਪੱਟੀਆਂ ਵੀ ਬੰਨ੍ਹ ਮੇਰੇ। ਕਿੰਨਾ ਉੱਚਾ ਆਦਰਸ਼ ਗੁਰੂ ਘਰ ਦੇ ਅੰਦਰ ਪ੍ਰਗਟ ਕਰ ਦਿੱਤਾ ਗਿਆ, ਪਰ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਇਸ ਰਸਤੇ ਨੂੰ ਅਸੀਂ ਅਪਣਾਉਂਦੇ ਨਹੀਂ। ਇੱਕ ਸਾਡੀ ਸਮਝ ਨਹੀਂ ਆਉਂਦੀ। ਉਹ ਤਾਂ ਨਹੀਂ ਆਉਂਦਾ, ਸਾਨੂੰ ਤੱਤਵੇ ਅਤੇ ਮਹਾਂਪੁਰਸ਼ਾਂ ਦੀ ਸੰਗਤ ਘੱਟ ਮਿਲਦੀ ਹੈ। ਭੁਲਾਉਣ ਵਾਲੇ ਦਿਨ ਰਾਤ ਮਿਲਦੇ ਨੇ, ਜਗਾਉਣ ਵਾਲਾ ਇੱਕ ਅੱਧ ਮਿਲਦਾ। ਉਹ ਵਿਚਾਰਾ ਕੀ ਕਰੇ, ਫਿਰ ਉਹ ਗੋਲੀ ਦੇ ਦਿੰਦੇ ਨੇ ਕੰਪੋਸਟ ਦੀ, ਉਹ ਫਿਰ ਸੌਂ ਜਾਂਦਾ। ਸੋ ਲਗਾਤਾਰ ਕਿਸੇ ਤੱਤਵੇ ਅਤੇ ਮਹਾਂਪੁਰਸ਼ ਦੀ ਸੰਗਤ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਹੋਵੇ ਪੂਰਾ 100% ਭਰੋਸਾ, ਇਹ ਫੇਰ ਤਾਂ ਲੰਘ ਜਾਂਦਾ। ਜੇ ਇਹਨਾਂ 'ਚੋਂ ਕਮੀ ਹੋਵੇ ਫੇਰ ਲੰਘਣਾ ਔਖਾ ਹੈ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਰਾਮ ਕਲੀ ਮਹਲਾ ਤੀਜਾ। ਨਾ ਦੇਖਿਓ ਕਾ ਸਤਿਗੁਰ ਪ੍ਰਸਾਦ।